कोरोना ने इंडिया विच हनेर पाया ते मोदी सरकार दे इंतजामी निजाम ने भी जवाब दे दिता। भारतीय आवाम नूं ना जीण दा कोई हीला लभ रहा है ते ना ही मरण नूं थां। शमशान घाट ते कब्रस्तानां दे विच भी जगह नहीं लभ रही। सरकारी गिनती के मुताबिक हर गुजरदे दिन दे नाल 4000 तो ज्यादा लोग मर रहे ने ते गैर सरकारी जराए आख रहे ने कि हुकूमत वालों दसी गई यह गिनती आटे विच लून दे भी बराबर नहीं। यानी भारत विच कोरोना नाल रोजाना मरण वालियां दी तादाद उस तादाद तो किते ज्यादा है जिहड़ी हुकूमत दस रही है। कई लोग जिहड़े गुरबत की वजह तो अपने प्यारिਆਂ ਨੂੰ ਸਾੜ ਫੂਕ ਜਾਂ ਦਫਨਾ नहीं सकते, उन्होंने अपने प्यारिਆਂ ਦੀਆਂ ਲਾਸ਼ਾਂ गंगा दरिया ਵਿੱਚ ਰੋੜ ਛੱਡੀਆਂ ਨੇ। ਜਦੋਂ ਮੋਦੀ ਸਰਕਾਰ ਮੀਡੀਆ ਰਾਹੀਂ ਆਪਣੀ ਨਾਕਾਮੀ ਦੀਆਂ ਖਬਰਾਂ ਰੁਕਵਾਉਣ ਵਿੱਚ ਕਾਮਯਾਬ ਰਹੀ ਤੇ ਸੋਸ਼ਲ ਮੀਡੀਆ ਨੇ ਉਹ ਸੱਚ ਸਾਹਮਣੇ ਲਿਆਂਦਾ ਜਿਹੜਾ ਗੋਦੀ ਮੀਡੀਆ ਲੁਕਾ ਰਿਹਾ ਸੀ। ਲਿਹਾਜ਼ਾ ਹੁਣ ਮੋਦੀ ਸਰਕਾਰ ਨੇ ਸੋਸ਼ਲ ਮੀਡੀਆ ਨੂੰ ਵੀ ਨੱਥ ਪਾਉਣ ਲਈ ਇੱਕ ਨਵਾਂ ਕਾਨੂੰਨ ਲਿਆਂਦਾ ਹੈ, ਜਿਹਦੇ ਰਾਹੀਂ ਸਰਕਾਰ ਚਾਹੁੰਦੀ ਹੈ ਕਿ ਹਰ ਉਸ ਬੰਦੇ ਦਾ ਥਾਂ ਟਿਕਾਣਾ ਲੱਭ ਕੇ ਪੁੱਛ-ਦੱਸ ਕਰ ਸਕੇ ਜਿਹੜਾ ਵੀ ਬੰਦਾ ਕੋਈ ਵੀ ਖਬਰ ਸੋਸ਼ਲ ਮੀਡੀਆ ਤੇ ਚੜਾਉਂਦਾ ਹੈ। ਯਾਨੀ ਹੁਣ ਸੱਚ ਬੋਲਣ ਲਈ ਵੀ ਮੋਦੀ ਸਰਕਾਰ ਤੋਂ ਆਗਿਆ ਲੈਣੀ ਪਵੇਗੀ। ਭਾਰਤ ਦਾ ਪੜ੍ਹਿਆ ਲਿਖਿਆ ਤਬਕਾ ਤੇ ਦੂਜੇ ਸਿਆਣੇ ਇਸ ਤਰ੍ਹਾਂ ਦੀਆਂ ਹਰਕਤਾਂ ਵੇਖਣ ਤੋਂ ਬਾਅਦ ਭਾਰਤੀ ਜਮਹੂਰੀਅਤ ਦੇ ਢਕੋਸਲੇ ਦਾ ਜਨਾਜ਼ਾ ਨਿਕਲਦਾ ਵੇਖ ਰਹੇ ਨੇ ਤੇ ਹਰ ਕੋਈ ਹੁਣ ਆਖਣ ਤੇ ਮਜਬੂਰ ਹੋ ਗਿਆ ਹੈ ਕਿ ਮੋਦੀ ਸਰਕਾਰ ਵਾਕਈ ਇੱਕ ਫਾਸ਼ਿਸਟ ਸਰਕਾਰ ਹੈ ਜਿਹਨੇ ਲੁਕਾਈ ਦੇ ਹੱਕਾਂ ਨੂੰ ਰੋਲਣ ਦਾ ਪੂਰਾ ਪ੍ਰੋਗਰਾਮ ਬਣਾ ਲਿਆ ਹੈ। WhatsApp ਇੰਡੀਆ ਦੀ ਇੰਤਜ਼ਾਮੀਆ ਤੇ ਇਸ ਕਾਨੂੰਨ ਦੇ ਖਿਲਾਫ ਅਦਾਲਤ ਵਿੱਚ ਵੀ ਚਲੀ ਗਈ ਹੈ। ਅਦਾਲਤ ਵਿੱਚੋਂ ਇਨਸਾਫ ਲੱਭੇ ਨਾ ਲੱਭੇ ਸਰਕਾਰ ਨੇ ਸਹੁੰ ਖਾ ਲਈ ਹੈ ਕਿ ਲੁਕਾਈ ਨੂੰ ਹੁਣ ਦਬਾ ਕੇ ਹੀ ਰੱਖਣਾ ਹੈ। ਅੱਜ ਦੇ ਭਾਰਤ ਦੀ ਜਮਹੂਰੀਅਤ ਦਾ ਇਹੋ ਹਾਲ ਹੈ।